Hello students, this is Jeetpal Singh from Apollo Academy Sangrur. So student, as we have discussed about acids, base and pH scale in the previous lectures of this topic, now we will going to discuss about the role of pH in our daily life. So student, this is the part from which most of the conceptual questions of this chapter has been raised in your question paper, and this is the most practical part of this topic, the whole topic acid, base and salt. And so it is very interesting as well as it is very knowledgeable, that you can use this knowledge in your daily life. You can use this kind of knowledge to make yourself healthy, to make your environment healthy, and to for the growth of good plants and good yield of plants as well. ਤਾਂ ਬੇਟਾ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ pH ਹੈ, ਹੁਣ ਤੁਹਾਨੂੰ ਪਤਾ ਲੱਗ ਗਿਆ ਵੀ pH ਦਾ ਮਤਲਬ ਆ ਕਿਸੇ ਚੀਜ਼ ਦੀ ਐਸਿਡਿਟੀ ਜਾਂ ਉਸ ਚੀਜ਼ ਦੀ ਬੇਸਿਸਿਟੀ ਬਾਰੇ ਪਤਾ ਕਰਨਾ ਕਿ ਕਿੰਨੀ ਕੁ ਐਸਿਡਿਕ ਹੈ, ਕਿੰਨੀ ਕੁ ਬੇਸਿਕ ਹੈ। ਇਨ ਆਵਰ ਹਿਊਮਨ ਲਾਈਕ ਬੋਡੀ, ਤੁਹਾਨੂੰ ਪਤਾ ਜੇ ਤੁਸੀਂ ਜ਼ਿਆਦਾ ਐਸਿਡ ਇਨਟੇਕ ਕਰ ਲਓਗੇ ਤਾਂ ਵੀ ਪ੍ਰੋਬਲਮ ਆ, ਜੇ ਜ਼ਿਆਦਾ ਬੇਸ ਇਨਟੇਕ ਕਰ ਲਓਗੇ ਤਾਂ ਵੀ ਪ੍ਰੋਬਲਮ ਆ। ਮਤਲਬ ਯੂ ਸ਼ੁੱਡ ਬੀ ਨਿਊਟਰਲ। ਨਿਊਟਰਲ ਦਾ ਜਿਹੜਾ pH ਹੁੰਦਾ ਉਹ ਬੇਟਾ ਆਪਣੇ ਕੋਲ 7 ਤੋਂ ਲੈ ਕੇ 7.9 ਤੱਕ ਹੁੰਦਾ। ਇਹ ਨਿਊਟਰਲ pH ਹੈ, ਠੀਕ ਹੈ। ਇਹ ਚੀਜ਼ ਨਿਊਟਰਲ ਹੁੰਦੀ ਆ, ਨਾ ਐਸਿਡਿਕ ਹੁੰਦੀ ਆ ਨਾ ਬੇਸਿਕ ਹੁੰਦੀ ਆ। ਇਸੇ ਤਰ੍ਹਾਂ ਬੇਟਾ ਜਿਹੜੀ ਹਿਊਮਨ ਬੋਡੀ ਆ, ਹਿਊਮਨ ਬੋਡੀ ਦੇ ਵਿੱਚ ਕੋਈ ਵੀ ਮੈਟਾਬੋਲਿਕ ਐਕਟੀਵਿਟੀਜ਼ ਹੋ ਰਹੀਆਂ ਨੇ ਜਾਂ ਫਿਰ ਕੋਈ ਵੀ ਐਂਜ਼ਾਈਮੈਟਿਕ ਐਕਟੀਵਿਟੀ ਹੋ ਰਹੀਆਂ ਨੇ, ਕੋਈ ਵੀ ਐਂਜ਼ਾਈਮ ਨੇ, ਕੋਈ ਵੀ ਮੈਟਾਬੋਲਿਕ ਐਕਟੀਵਿਟੀ ਸੈੱਲ ਦੇ ਵਿੱਚ ਹੋ ਰਹੀਆਂ ਨੇ, ਉਹਨਾਂ ਲਈ pH ਬੇਟਾ ਨਾ ਤਾਂ ਜ਼ਿਆਦਾ ਐਸਿਡਿਕ ਚਾਹੀਦਾ ਨਾ ਜ਼ਿਆਦਾ ਬੇਸਿਕ ਚਾਹੀਦਾ। ਜਿਹੜਾ pH ਹੈ ਬੇਟਾ ਉਸ ਦੀ ਰੇਂਜ ਹਿਊਮਨ ਬੋਡੀ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਆ? 7 ਤੋਂ ਲੈ ਕੇ 7.4 pH ਦੀ ਰੇਂਜ ਹੋਣੀ ਚਾਹੀਦੀ ਆ। ਇਸ ਤੋਂ ਜ਼ਿਆਦਾ ਜੇ pH ਚਲਾ ਗਿਆ ਤਾਂ ਬੇਟਾ ਬੇਸਿਕ ਹੋ ਜਾਊਗਾ, which is not right, and ਜੇ ਦੂ ਘੱਟ ਰਹੇਗਾ ਤਾਂ ਬੇਟਾ ਐਸਿਡਿਕ ਹੋ ਜਾਊਗਾ, which is also not good for human health, ਠੀਕ ਹੈ। ਤੇ ਜਿਹੜੇ ਤੁਹਾਡੇ ਮਤਲਬ ਯੂ ਕੈਨ ਸੇ ਜਿਹੜਾ ਆਪਣਾ ਸਲਾਈਵਾ ਤੇ ਟੀਅਰਸ ਹੁੰਦੇ ਨੇ, ਇਹ ਸਲਾਈਟਲੀ ਬੇਸਿਕ ਹੁੰਦੇ ਨੇ, ਆਪਣੇ ਕੋਲ ਸਲਾਈਟਲੀ 7.8 ਤੱਕ ਇਹਨਾਂ ਦੀ ਆਪਣੀ pH ਹੁੰਦੀ ਆ, ਠੀਕ ਹੈ ਬੇਟਾ ਜੀ। ਤਾਂ ਚਲੋ ਆਪਾਂ ਅੱਗੇ ਚੱਲਦੇ ਹਾਂ ਥੋੜਾ ਜਿਹਾ। ਹੁਣ ਆਪਣਾ ਜਿਹੜਾ ਡਾਈਜੈਸਟਿਵ ਸਿਸਟਮ ਹੈ, ਕੀ ਹੈਗਾ ਆਪਣਾ ਡਾਈਜੈਸਟਿਵ ਸਿਸਟਮ। ਡਾਈਜੈਸਟਿਵ ਸਿਸਟਮ ਵਿੱਚ ਬੇਟਾ ਸਟਮਕ ਦੇ ਵਿੱਚ HCl ਐਸਿਡ ਪ੍ਰੋਡਿਊਸ ਹੁੰਦਾ। ਇਹ ਤੁਹਾਨੂੰ ਪਤਾ ਆਪਾਂ ਬਾਇਓਲੋਜੀ 'ਚ ਪੜ੍ਹਿਆ ਸੀਗਾ, ਆਪਣਾ ਨਿਊਟ੍ਰੀਸ਼ਨ ਟੌਪਿਕ ਦੇ ਵਿੱਚ। ਤੇ ਇਸ ਦੇ ਅਕੋਰਡਿੰਗ ਕੀ ਆ, ਜਿਹੜਾ HCl ਪ੍ਰੋਡਿਊਸ ਹੁੰਦਾ ਆਪਣੇ ਪੇਟ ਦੇ ਵਿੱਚ, ਬਟ ਇਹ ਆਪਣੀ ਪੇਟ ਦੀਆਂ ਇੰਟਰਨਲ ਲਾਈਨਿੰਗਸ ਨੂੰ ਕਰੋਡ ਨਹੀਂ ਕਰਦਾ, ਖਰਾਬ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਉੱਥੇ ਮਿਊਕਸ ਵੀ ਸਕਰੀਟ ਹੁੰਦਾ ਹੈਗਾ, ਬਟ ਇਹ ਜ਼ਰੂਰੀ ਹੈ ਸਕਰੀਟ ਹੋਣਾ। ਮਤਲਬ ਇਹਦਾ pH 2 ਹੁੰਦਾ ਬੇਟਾ, ਇਹਦਾ pH ਕਾਫੀ ਕੰਸਨਟ੍ਰੇਟਡ HCl ਹੁੰਦਾ। ਇਹ ਜ਼ਰੂਰੀ ਆ। ਕਿਉਂ ਜ਼ਰੂਰੀ ਆ ਬੇਟਾ? ਟੂ ਕਿਲ ਬੈਕਟੀਰੀਆ। पहली चीज बैक्टीरिया किल करने लिए जरूरी है। दूसरी चीज है क्यों जरूरी है बेटा? टू एक्टिवेट पेप्सिन। ਤੁਹਾਨੂੰ पता पेप्सिन ਜਿਹੜਾ प्रोटीन डाइजेस्ट करने वाला एंजाइम आ, ਉਹਦੇ ਐਕਸ਼ਨ ਲਈ pH 2 ਚਾਹੀਦਾ, ਮਤਲਬ ਐਸਿਡਿਕ pH ਚਾਹੀਦਾ ਹੈਗਾ। ਤਾਂ ਆਪਣੇ ਹਿਊਮਨ ਲਾਈਫ ਦੇ ਵਿੱਚ ਜੇ ਐਸਿਡਿਕ pH ਨਹੀਂ ਹੋਊ ਤਾਂ ਉੱਥੇ ਪੈਪਸਿਨ ਕੀ ਨਹੀਂ ਹੋਊਗਾ ਬੇਟਾ ਜੀ? ਉੱਥੇ ਪੈਪਸਿਨ ਆ ਜਿਹੜਾ ਉਹ ਆਪਣਾ ਐਕਟੀਵੇਟਡ ਨਹੀਂ ਹੋਊਗਾ ਤੇ ਡਾਈਜੈਸ਼ਨ ਦੇ ਵਿੱਚ ਕੀ ਆਊਗੀ? ਪ੍ਰੋਬਲਮ ਆਊਗੀ। ਦਿਸ ਇਜ਼ ਦਾ ਫੰਡਾਮੈਂਟਲ ਥਿੰਗ ਇਨ pH ਇਨ ਆਵਰ ਡੇਲੀ ਲਾਈਫ ਇਨ ਆਵਰ ਬੋਡੀ, ਹਿਊਮਨ ਬੋਡੀ। ਸੈਕੰਡ ਥਿੰਗ ਜਿਹੜੀ ਆਪਣੀ ਹਿਊਮਨ ਬੋਡੀ ਨੂੰ pH ਜਿੱਥੇ ਉਹ ਕਰਦਾ, ਯੂ ਕੈਨ ਸੇ ਅਫੈਕਟ ਕਰਦਾ, ਉਹ ਹੈਗਾ ਬੇਟਾ ਆਪਣੀ ਮਾਊਥ। ਮਾਊਥ ਤੁਸੀਂ ਕਹੋਗੇ ਸਰ ਮਾਊਥ ਕਿਵੇਂ? ਬੇਟਾ ਜਿਹੜਾ ਮਾਊਥ ਦਾ pH ਹੈ ਉਹ 7 ਰਹਿਣਾ ਚਾਹੀਦਾ ਹੈਗਾ। ਆਪਣੀ ਮਾਊਥ ਦਾ pH ਹੈ ਜਿਹੜਾ ਉਹ ਕੀ ਰਹਿਣਾ ਚਾਹੀਦਾ? 7 ਨਿਊਟਰਲ ਰਹਿਣੀ ਚਾਹੀਦੀ ਹੈ ਮਾਊਥ। ਕਿਉਂਕਿ ਜੇ pH ਡਿਕਰੀਜ਼ ਕਰ ਗਿਆ, ਲੈਸ ਦੈਨ 7 ਹੋ ਗਿਆ, ਫॉर एग्जांपल 6 ਹੋ ਗਿਆ, 5 ਹੋ ਗਿਆ, 4, ਇਹ ਤਾਂ ਬਹੁਤ ਚਲੋ ਹੋ ਗਿਆ, 6 ਜਾਂ 5 ਵੀ ਹੋ ਗਿਆ pH, ਤਾਂ ਵੀ ਆਪਣੇ ਜਿਹੜੇ ਦੰਦ ਨੇ ਟੁੱਥ ਡਿਕੇ ਹੋਣਾ ਸ਼ੁਰੂ ਹੋ ਜਾਊ।
की शुरू हो जाऊगा बेटा जी टुथ डिके जे pH 7 तो घट गया। ਤਾਂ ਹੀ बेटा ਆਪਾਂ ਨੂੰ ਕਿਹਾ ਜਾਂਦਾ ਜਦੋਂ ਵੀ ਤੁਸੀਂ ਕੋਈ ਚੀਜ਼ ਖਾਂਦੇ ਹੋ ਜਾਂ ਖਾਣ ਤੋਂ ਬਾਅਦ ਜਾਂ ਸਵੇਰੇ ਉੱਠ ਕੇ ਬ੍ਰਸ਼ ਕਰਨ ਲਈ ਤੁਹਾਨੂੰ ਕਿਉਂ ਕਿਹਾ ਜਾਂਦਾ, ਉਸ ਇੱਕੋ ਹੀ ਰੀਜ਼ਨ ਹੈ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਜਦੋਂ ਆਪਾਂ ਕੁਝ ਖਾਂਦੇ ਆ ਉਹਦੇ ਵਿੱਚ ਹੁੰਦਾ ਗਲੂਕੋਜ਼ ਆਪਣੇ ਇੱਥੇ ਸਟਾਰਚ ਬਣਦਾਗਾ ਤੇ ਕਈ ਚੀਜ਼ਾਂ ਆਪਣੇ ਦੰਦਾਂ ਦੇ ਵਿੱਚ ਫਸ ਜਾਂਦੀਆਂ ਨੇਗੀਆਂ। ਉਹ ਫਸੀਆਂ ਹੋਈਆਂ ਚੀਜ਼ਾਂ ਉੱਥੇ ਐਸਿਡ ਪ੍ਰੋਡਿਊਸ ਕਰਦੀਆਂ ਨੇ। ਐਸਿਡ ਪ੍ਰੋਡਿਊਸ ਹੋਣ ਕਰਕੇ ਦੰਦਾਂ ਦੀ ਜਿਹੜੀ ਉੱਪਰਲੀ ਇੱਕ ਪਰਤ ਹੁੰਦੀ ਆ ਸਭ ਤੋਂ ਹਾਰਡੈਸਟ ਸਬਸਟੈਂਸ ਹੁੰਦਾ ਹਿਊਮਨ ਬੋਡੀ ਦਾ, ਹਾਰਡੈਸਟ substance of human body याद रखो ठीक है, वो हुंदा एनेमल। की हुंदा एनेमल। एनेमल स्पेलिंग चेक कर लो ठीक है। चलो वो एनेमल हुंदा बेटा। एनेमल की हुंदा, एनेमल बेसिकली अपने कोल कैल्शियम फॉस्फेट हुंदा। की हुंदागा कैल्शियम फॉस्फेट जिहड़ा अपने दंद दे उत्ते चढ़िया हुंदा जिहदे करके अपना दंद शाइन करदागा, स्पार्क करदा अपना। तुसीं देखिया वो दंद तुहानूं थोड़ा येलोइश लगदा हुंदा बट वो येलोइश करके ही दंद चमकदा हुंदागा। वो जिहड़ी चमका बेटा दंद दी वो एनेमल करके हुंदी है, एनेमल दी लेयर हुंदी है। बट जे pH चला जाए लैस दैन 7 मतलब एसिडिक हो जाए तो जिहड़ा अपना एनेमल आ वो खुरन लग जाता, वो डिस्ट्रॉय होने लग जाता। जदों ही बेटा एनेमल डिस्ट्रॉय हो गया नाल दी नाल अपना जिहड़ा दंद आ दंद दे उत्ते एसिड चला जाऊगा तो दंद नूं डिके करना शुरू कर दूगा। तो जिहड़े तुहाडे माउथ फ्रैशनर्स हुंदे ने जां ग्लिस्टरिन वगैरह हुंदे ने जां टूथपेस्ट हुंदे ने वो स्लाइटली बेसिक रखे जाते हैं। वो स्लाइटली की रखे जाते हैं बेसिक, ताकि क्योंकि आपां नूं पता भी खाण तो बाद अपना मूँह एसिडिक हो जाऊगा तो उन्होंने फिर न्यूट्रलाइज करने लिए आप की यूज़ करांगे, बेस यूज़ करांगे। तो जिहड़े तुहाडे टूथपेस्ट ने वो स्लाइटली बेसिक ने, ज़्यादा बेसिक नहीं है, स्लाइटली बेसिक 6 pH तक आ उन्हां दी, 5 to 6 दे विच उन्हां दी pH हुंदी आ ताकि तुहाडे मूँह दा की आ pH लैवल की हो जाए एकसार हो जाए बेटा, बराबर हो जाए ठीक है, 7 हो जाए। एकसार बराबर का मतलब इत्थे की आ 7 हो जाए। तो इहदे लई आपां नूं इह भी एक चीज़ बहुत ज़्यादा इंपॉर्टेंट आ भी डेली लाइफ दे विच pH का अपना एक ये रोल भी देखने को मिलता है ठीक है बेटा जी। नैक्सट आ जाने आप एक बेटा pH का रोल ना एनीमल ते प्लांट की लाइफ च बहुत आ। एनीमल एंड प्लांट लाइफ हुण तुसीं कहोगे सर किवें, पहला आपां एनीमल लाइफ की गल करते हैं। एनीमल की करते हैं अपने आप को प्रोटैक्ट करने लई pH का सहारा लेंदे ने, अपने आप को प्रोटैक्ट करने लई एसिड का सहारा लेंदे ने एनीमल्स। उन्हां एनीमल्स की आउंदी आ बी आउंदी आ बेटा तुहाडी ठीक है, उस बाद ब्राउन आंट आउंदी आ जिन्होंने रैड आंट भी कह दिंदे हो तुसीं, या फिर कोई भी ऐसी चीज़ जिहड़ी तुहाडे लाइक तुहानूं कटदी आ वो चीज़ की है, वो चीज़ असल दे विच तुहाडी बॉडी दे विच आपदे दंदां नाल की इंजैक्ट करदी आ, मिथानोइक एसिड इंजैक्ट करदी आ। की करदी आ? मिथानोइक एसिड जिन्हों आपां फॉर्मिक एसिड भी कहने हैं ठीक है। फॉर्मिक एसिड बी ते ब्राउन आंट अपनी बॉडी दे विच फॉर्मिक एसिड इंजैक्ट करते हैं, तां ही उत्थे आपां नूं मचन जलन फील होंदी है, इरीटेशन फील होंदी है। बट ये करते क्यों ने? टू प्रोटैक्ट दैमसैल्फ फ्रॉम अदर्स अटैक। वो कल्ले अपनी बॉडी ते नहीं करते, होरां ते भी एवें करते हैं आपदे आप नूं प्रोटैक्ट करने वास्ते ठीक है बेटा। तुसीं कहोगे सर बी ते आंट का तो पता लग गया फॉर्मिक एसिड है, तो जे तुसीं बी ते आंट किसी नूं कट जे बेटा बी की आ ये मखियाल दी मक्खी आ ठीक है जी, ये मखियाल दी मक्खी आ। हनी बी की गल हो रही है और वास्प की गल नहीं हो रही, भरिंड की गल नहीं हो रही। भरिंड ना बेसिक चीज़ां छड्डदी आ। ਇਹਦਾ मतलब जे एनीमल मतलब बी आ कोई है ना इंसैक्ट है बी ਤੁਹਾਨੂੰ ਕੱਟ ਜੇ हनी बी ਤੁਹਾਨੂੰ ਕੱਟ ਜੇ ਤਾਂ ਤੁਸੀਂ ਉੱਥੇ ਕੀ ਲਾਓਗੇ ਉਹਨੂੰ मतलब ठीक ਕਰਨ ਲਈ ਤਾਂ ਤੁਹਾਨੂੰ ਉੱਥੇ ਕੀ ਲਾਉਣਾ ਪਊਗਾ, ਕੋਈ ਬੇਸ ਪ੍ਰੋਵਾਈਡ ਕਰਨਾ ਪਊ। ਬੇਸ ਫॉर एग्जांपल ਤੁਸੀਂ ਕਹਿ ਸਕਦੇ ਹੋ ਵੀ ਅਸੀਂ ਉੱਥੇ ਪ੍ਰੋਵਾਈਡ ਕਰ ਦਾਂਗੇ ਜੀ, ਅਸੀਂ ਉੱਥੇ ਲਗਾ ਦਾਂਗੇ ਸੋਡੀਅਮ ਕਾਰਬੋਨੇਟ, ਸੋਡੀਅਮ ਬਾਈਕਾਰਬੋਨੇਟ ਲਾ ਦਾਂਗੇ ਉੱਥੇ ਠੀਕ ਹੈ। ਤਾਂ ਉਹ ਇੱਕ ਪਾਊਡਰ ਹੁੰਦਾ ਹੈਗਾ ਮਿੱਠਾ ਸੋਡਾ ਜਿਹਨੂੰ ਤੁਸੀਂ ਕਹਿ ਦਿੰਦੇ ਹੋ, ਉਹਦੇ ਬਾਰੇ ਵੀ ਆਪਾਂ ਅੱਗੇ ਗੱਲ ਕਰਨੀ ਆ ठीक है। वो साल्ट के आप डिस्कस करांगे मिठे सोडे बारे, तो कुकिंग सोडा कहना जिन्हों आप वो लगा दो उत्थे, वो बेसिक हुंदा, बेसिक होने करके की होगा उन्होंने जल्दी ठीक कर दू। बट
जे वास्प घट जे तुहानूं वास्प हुंदा जिहड़ा इह च बेस हुंदा इहदी जिहड़ी जहर हुंदी है ना उह च बेस हुंदा गा तां इत्थे तुसीं कोई एसिडिक चीज़ लगा सकदे हो फॉर एग्जांपल विनेगर ला लो वास्प की जगह जिथे वास्प ने कट्टिया भरिंड ने कट्टिया ना उत्थे तुसीं की ला सकदे हो विनेगर लगा लो एसिडिक एसिड ऑब्वियसली विनेगर ही हुंदा वो लगा लो तो कई बार की करते हैं लोग अचार ला लेंदे ने वो अचार भी तां ही लाउंदे ने क्योंकि वास्प दा कट्टिया बेसिक हुंदा वास्प दा कट्टिया बेसिक हुंदा हनी बी दा कट्टिया एसिडिक हुंदा तां इहनूं न्यूट्रलाइज करन लई ऑपोजिट चीज़ आपां नूं लाउणी पैंदी है बेटा इस तरह नाल तां एनीमल अपनी रखिया करदे नेगे इंसैक्ट अपनी रखिया करदे ने फ्रॉम एनी एक्सटर्नल अटैक प्लांट्स भी बेटा अपनी रखिया एक्सटर्नल अटैक तो करते हैं एक नेटल प्लांट है नेटल ठीक है नेटल नाम का प्लांट है नेटल प्लांट दे कहंदा जे तुसीं पत्ते नूं हत्थ लाओगे ना तां पत्ते दे विचों तुहानूं ऐ लगूगा जिवें तुहाडे कोई कंडे चुगे होण क्योंकि नेटल प्लांट के पत्तियां दे उत्ते की लग्या हुंदा गा एसिडिक बहुत बरीक तरह दियां एसिडिक जिवें आपां कहने ना बाल जे हुंदे ने जिवें कई पत्ते इहो ਜਿਹੇ हुंदे ने तुसीं देखे होणगे उन्हां उत्ते बरीक बरीक बाल जे हुंदे ने ਇਹ ਜਿਹੜੇ ਬਾਲ ਹੁੰਦੇ ਨੇ ਬੇਟਾ ਇਹ ਐਸਿਡਿਕ ਹੁੰਦੇ ਨੇ ਠੀਕ ਹੈ ਤਾਂ ਜਦੋਂ ਵੀ ਕੋਈ ਇਨਸਾਨ ਉਹਨਾਂ ਦੇ ਲੱਗਦਾ ਜਾਂ ਹੱਥ ਲਾਉਂਦਾ ਉਹਨਾਂ ਨੂੰ ਜਾਂ ਉਹਦੇ ਬਾਡੀ ਦੇ ਕਿਸੇ ਵੀ ਪਾਰਟ ਨਾਲ ਟੱਚ ਕਰਦੇ ਨੇ ਤਾਂ ਉੱਥੇ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਦੈਟ ਇਜ਼ ਉਹ ਐਸਿਡਿਕ ਹੁੰਦੇ ਨੇ ਤਾਂ ਕਰਕੇ ਉੱਥੇ ਇਰੀਟੇਸ਼ਨ ਕਰਦੇ ਨੇ ਠੀਕ ਹੈ ਇਸ ਤਰ੍ਹਾਂ ਨਾਲ ਉਹ ਨੈਟਲ ਪਲਾਂਟ ਆਪਣੇ ਆਪ ਨੂੰ ਬਚਾਉਂਦਾ ਤਾਂ ਕਿ ਉਹਨੂੰ ਕੋਈ ਹਰੇਕ ਚੀਜ਼ ਖਾ ਨਾ ਲਵੇ ਠੀਕ ਹੈ ਕੁਦਰਤ ਦੀ ਇੱਕ ਮਹਿਮਾ ਜਿੱਥੇ ਤੁਹਾਨੂੰ ਕੋਈ ਚੀਜ਼ ਮਿਲੂ ਨਾ ਜਿਹੜੀ ਚੀਜ਼ ਤੁਹਾਡੇ ਲਈ ਖਤਰਾ ਬਣੂਗੀ ਉਹਦੇ ਨਾਲ ਹੀ ਤੁਹਾਨੂੰ ਉਸ ਖਤਰੇ ਨੂੰ ਖਤਮ ਕਰਨ ਵਾਲੀ ਚੀਜ਼ ਵੀ ਮਿਲੂਗੀ ਨੈਟਲ ਪਲਾਂਟ ਦੀ ਵਿਸਿਨਿਟੀ ਦੇ ਵਿੱਚ ਬੇਟਾ ਵਿਸਿਨਿਟੀ ਮਤਲਬ ਜੇ ਨੈਟਲ ਪਲਾਂਟ ਲੱਗਿਆ ਹੋਇਆ ਉਹਦੇ ਨੇੜੇ ਤੇੜੇ ਹੀ ਇੱਕ ਡੌਕ ਪਲਾਂਟ ਹੁੰਦਾ ਡੌਕ ਨੈਟਲ ਪਲਾਂਟ ਬੇਟਾ ਐਸਿਡਿਕ ਹੁੰਦਾ ਡੌਕ ਪਲਾਂਟ ਦੇ ਪੱਤੇ ਬੇਸਿਕ ਹੁੰਦੇ ਨੇ ਠੀਕ ਹੈ ਨੈਟਲ ਪਲਾਂਟ ਦੀ ਵਿਸਿਨਿਟੀ ਦੇ ਵਿੱਚ ਹੀ ਨੇੜੇ ਤੇੜੇ ਹੀ ਇੱਕ ਛੋਟਾ ਜਿਹਾ ਪਲਾਂਟ ਲੱਗਿਆ ਹੋਊਗਾ ਡੌਕ ਪਲਾਂਟ ਹੁੰਦਾ ਉਹ ਡੌਕ ਪਲਾਂਟ ਕਹਿੰਦਾ ਤੁਸੀਂ ਪੱਟ ਕੇ ਉੱਥੇ ਰਗੜ ਲਓ ਜਿੱਥੇ ਤੁਹਾਡੇ ਨੈਟਲ ਪਲਾਂਟ ਦਾ ਪੱਤਾ ਲੱਗ ਗਿਆ ਤਾਂ ਉਹ ਨਾਲ ਦੀ ਨਾਲ ਠੀਕ ਹੋ ਜੂ ਉਹ ਨਾਲ ਦੀ ਨਾਲ ਕਿਉਂ ਠੀਕ ਹੋਊ ਕਿਉਂਕਿ ਇਹ ਬੇਸਿਕ ਆ ਉਹ ਐਸਿਡਿਕ ਸੀਗਾ ਤਾਂ ਇਹ ਨਿਊਟਰਲਾਈਜ਼ ਹੋ ਜਾਣਗੇ ਬੇਟਾ ਠੀਕ ਹੈ ਜੀ ਇਸ ਤਰ੍ਹਾਂ ਨਾਲ ਆਪਣੇ ਕੋਲੇ ਨੇਚਰ ਨੇ ਇਹਨਾਂ ਨੂੰ ਬਹੁਤ ਕੁਝ ਦਿੱਤਾ ਠੀਕ ਹੈ ਨੈਕਸਟ ਆ ਜਾਂਦੇ ਆਪਾਂ ਮੰਨ ਲਓ ਆਪਣਾ ਕੋਈ ਵੀ ਆਪਣਾ ਤੁਸੀਂ ਲਾਓ ਵੀ ਕੋਈ ਭਾਂਡਾ ਹਨਾ ਕੋਈ ਯੂਟੈਂਸਿਲਸ ਨੇਗੇ ਕਾਪਰ ਯੂਟੈਂਸਿਲ ਨੇਗੇ ਕਾਪਰ ਯੂਟੈਂਸਿਲ ਨੂੰ ਕੀ ਹੋ ਗਿਆ ਕਾਪਰ ਯੂਟੈਂਸਿਲ ਦੇ ਉੱਤੇ ਕਾਪਰ ਹਾਈਡਰੋਕਸਾਈਡ ਡਾਟ ਕਾਪਰ ਕਾਰਬੋਨੇਟ ਦੀ ਲੇਅਰ ਬਣ ਗਈ ਮਤਲਬ ਕਰੋਜਨ ਹੋ ਗਈ ਕਾਪਰ ਕਰੋਜਨ ਫਸਟ ਚੈਪਟਰ ਚ ਕੀਤਾ ਸੀ ਨਾ ਆਪਾਂ ਇਹ ਕਰੋਜਨ ਦਾ ਕਾਪਰ ਦੀ ਕਰੋਜਨ ਦਾ ਫਾਰਮੂਲਾ ਇਹਨੂੰ ਕਹਿੰਦਾ ਜੇ ਤੁਸੀਂ ਠੀਕ ਕਰਨਾ ਕੁਝ ਨਹੀਂ ਕਰਨਾ ਨਿੰਬੂ ਲਓ ਨਿੰਬੂ ਉੱਤੇ ਰਗੜ ਦਿਓ ਕਿਉਂ ਰਗੜ ਦਿਓ ਕਿਉਂਕਿ ਕਾਪਰ ਹਾਈਡਰੋਕਸਾਈਡ ਤੇ ਕਾਪਰ ਕਾਰਬੋਨੇਟ ਦੋਨੇ ਕੀ ਨੇ ਬੇਸਿਕ ਨੇ ਠੀਕ ਹੈ ਤੇ ਇਹਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਇਹਦੇ ਉੱਤੇ ਲੈਮਨ ਰਗੜ ਕੇ ਲੈਮਨ ਕੀ ਹੁੰਦਾ ਐਸਿਡਿਕ ਹੁੰਦਾ ਠੀਕ ਹੈ ਤਾਂ ਇਹਨੂੰ ਰਗੜ ਕੇ ਇਹਨੂੰ ਸਾਫ਼ ਕੀਤਾ ਜਾ ਸਕਦਾ ਉਹਦੀ ਟੈਰਨਿਸ਼ ਹੋਈ ਜਿਹੜੀ ਅਪਰ ਲੇਅਰ ਆ ਟੈਰਨਿਸ਼ਡ ਅਪਰ ਲੇਅਰ ਆਫ ਕਾਪਰ ਇਟ ਕੈਨ ਬੀ ਰਿਮੂਵ ਯੂਜ਼ਿੰਗ ਅ ਮਾਈਲਡ ਐਸਿਡ ਕੋਈ ਐਸਿਡ ਯੂਜ਼ ਕਰ ਸਕਦੇ ਹੋ ਮਾਈਲਡ ਐਸਿਡ ਵਾਲਾ ਸਟਰੋਂਗ ਐਸਿਡ ਯੂਜ਼ ਕਰਨ ਦੀ ਲੋੜ ਨਹੀਂ ਮਾਈਲਡ ਐਸਿਡ ਤੁਸੀਂ ਉਹਦੇ ਵਿੱਚ यूज कर सकते हो दिस इज अ एप्लीकेशन ऑफ यू नो द pH स्केल ठीक है नेक्स्ट आ जाती है बेटा सॉइल एसिडिक एंड बेसिक सॉइल बारे में तुहानू पहले ही दसता बेटा जी भी कुछ सॉइल एसिडिक हुंदियां ने जिन्हां दा pH की हुंदा 7 तो घट हुंदा कुछ सॉइल बेसिक हुंदियां ने जिन्हां दा pH 7 तो ज्यादा हुंदा ठीक है तां ज्यादातर एसिडिक सॉइल्स हुंदियां ने ज्यादातर सॉइल्स की हुंदियां ने एसिडिक हुंदियां ने वो सॉइल एसिडिक बनदियां किवें ने वो बेटा ऐ बनदियां ने जिवें आ लैंड है इत्थे बदल ने एटमॉस्फेयर दे विच कार्बन डाइऑक्साइड सल्फर डाइऑक्साइड सल्फर ट्राइऑक्साइड दीयां गैसां ने जदों बेटा मींह पैना शुरू होया तां ये जिहड़ी कार्बन डाइऑक्साइड दी इहदे विच मिल गई पानी दे विच नॉन मैटेलिक ऑक्साइड है ना ये नॉन मैटेलिक ऑक्साइड जदों वाटर च मिलूगी तां ओह की बना दूगी कार्बोनिक एसिड नूं धरती च जाऊगा ਐਵੇਂ ਇੱਥੇ ਸਲਫਰਸ ਐਸਿਡ ਧਰਤੀ 'ਚ ਜਾਊਗਾ ਸਲਫਿਊਰਿਕ ਐਸਿਡ ਉਹ ਵੀ ਧਰਤੀ 'ਚ ਜਾਊ ਤਾਂ ਇਹ ਧਰਤੀ ਬਣ ਗਈ ਐਸਿਡਿਕ ਠੀਕ ਹੈ ਐਸਿਡ ਰਿਨ ਕਿਉਂ ਹੁੰਦੀ ਆ ਉਹਦਾ ਵੀ ਰੀਜ਼ਨ ਤੁਹਾਨੂੰ ਇੱਥੇ ਪਤਾ ਲੱਗ ਗਿਆ ਕਿਉਂਕਿ ਨਾਨ ਮੈਟੈਲਿਕ ਆਕਸਾਈਡ ਐਟਮੋਸਫੀਅਰ 'ਚ ਪ੍ਰੈਜ਼ੈਂਟ ਹੁੰਦੇ ਨੇ ਜਦੋਂ ਵੀ ਮੀਂਹ ਪੈਂਦਾ ਉਹ ਨਾਨ ਮੈਟੈਲਿਕ ਆਕਸਾਈਡਸ ਦੇ ਨਾਲ ਪਾਣੀ ਰਿਐਕਟ ਕਰਕੇ ਕੀ ਬਣਾ ਦਿੰਦਾ ਆਪਣੇ ਕੋਲ ਐਸਿਡਿਕ
मीडियम तैयार कर दिंदा है। ठीक है जी। हुण ये एसिडिक हो गया, कहते तुहानूं किवें पता लगू एसिडिक हो गया? तुसीं की करना, इत्थों मिट्टी पट्टनी है बेटा खुरपे नाल। ठीक है, मिट्टी पट्ट के की करना, उन्होंने टेस्ट ट्यूब च पाउणा, इन्नी क मिट्टी पा के विच उहदे पानी पा के उन्होंने की कर लेना, शेक कर लेना, दैन उहदे विच पीएच पेपर पा देना, दैन की पा देना पीएच पेपर। पीएच पेपर रैड हो जाऊगा। ਜਦੋਂ बेटा जी पीएच पेपर रैड हो गया, ਆਪਾਂ ਨੂੰ पता लग गया दैट दिस सॉइल इज एसिडिक इन नेचर, ਇਹ ਸੋਇਲ ਐਸਿਡਿਕ ਆ। ਹੁਣ ਉਹ ਐਸਿਡਿਕ ਸੋਇਲ ਦੇ ਵਿੱਚ ਕਦੇ ਵੀ ਚੰਗੀ ਤਰ੍ਹਾਂ ਨਾਲ ਪੌਦਾ ਨਹੀਂ ਪੈਦਾ ਹੋ ਸਕਦਾ, ਕਿਉਂਕਿ ਪਲਾਂਟ ਨੂੰ ਵਧਣ ਲਈ ਤੇ ਫੁੱਲਣ ਲਈ ਇੱਕ ਨਿਊਟਰਲ ਯੂ ਕੈਨ ਸੇ ਮੀਡੀਅਮ ਦੀ ਜ਼ਰੂਰਤ ਪੈਂਦੀ ਆ। ਤਾਂ ਨਿਊਟਰਲ ਮੀਡੀਅਮ ਦੀ ਜ਼ਰੂਰਤ ਪੈਂਦੀ ਆ, ਤਾਂ ਉੱਥੇ ਆਪਾਂ ਕੀ ਪਾ ਸਕਦੇ ਹਾਂ? ਉੱਥੇ ਆਪਾਂ ਪਾ ਸਕਦੇ ਹਾਂ ਕੈਲਸ਼ੀਅਮ ਹਾਈਡਰੋਕਸਾਈਡ ਪਾ ਕੇ ਉਸ ਮਿੱਟੀ ਨੂੰ ਕੀ ਕਰ ਸਕਦੇ ਹਾਂ? ਨਿਊਟਰਲਾਈਜ਼ ਕਰ ਸਕਦੇ ਹਾਂ, ਤੇ ਉਹਦੇ ਨਾਲ ਆਪਣੇ ਕੋਲ ਜਿਹੜੇ ਪੌਦੇ ਨੇ ਉਹ ਚੰਗੀ ਤਰ੍ਹਾਂ ਪਨਪਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ ਬੇਟਾ, ਚਲੋ ਆਪਾਂ ਨੈਕਸਟ ਗੱਲ ਕਰਦੇ ਆ। ਹਿਊਮਨ ਦੇ ਵਿੱਚ ਕੀ ਹੁੰਦਾ? ਇੱਕ ਚੀਜ਼ ਹੋਰ ਹੁੰਦੀ ਆ, ਐਸਿਡਿਟੀ ਇਨ ਹਿਊਮਨ। ਹਿਊਮਨ ਦੇ ਵਿੱਚ ਕੀ ਹੁੰਦੀ ਆ? ਐਸਿਡਿਟੀ। ਐਸਿਡਿਟੀ ਇਹ ਬੇਟਾ ਐਸਿਡਿਟੀ ਕੀ ਹੁੰਦੀ ਆ? ਇਹ ਪੇਟ 'ਚ ਹੁੰਦੀ ਆ। ਤੁਸੀਂ ਕਾਫੀ ਮਸ਼ਹੂਰੀਆਂ ਦੇਖੀਆਂ ਹੋਣਗੀਆਂ, ਉਹ ਜਿਹੜੀਆਂ ਮਸ਼ਹੂਰੀਆਂ ਹੁੰਦੀਆਂ ਜਿਵੇਂ ਇਨੋ ਦੀ ਮਸ਼ਹੂਰੀ ਆ ਗਈ ਜੀ, ਹਨਾ, कोई पेट ਨੂੰ ਕਰਨ ਵਾਲੀ ਆਪਣਾ ਐਸਿਡਿਟੀ ਘੱਟ ਕਰਨ ਵਾਲੀ ਕੋਈ ਦਵਾਈ ਦੀ ਮਸ਼ਹੂਰੀ ਆ ਗਈ। ਉਹ ਐਸਿਡਿਟੀ ਹੁੰਦੀ ਆ, ਪੇਟ 'ਚ ਐਸਿਡ ਵੱਧ ਜਾਂਦਾ ਜ਼ਿਆਦਾ। ਜਦੋਂ ਆਪਾਂ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਆ ਨਾ, ਉਦੋਂ ਬਾਈਲ ਜੂਸ ਜ਼ਿਆਦਾ ਸਕ੍ਰੀਟ ਕਰਨਾ ਪੈਂਦਾ, ਤੇ HCl ਨਾਲ ਰਿਐਕਟ ਕਰਕੇ ਉਹ ਯੂ ਕੈਨ ਸੇ ਐਸਿਡਿਟੀ ਪ੍ਰੋਡਿਊਸ ਕਰਦਾ ਹੈਗਾ। ਠੀਕ ਹੈ, ਐਸਿਡਿਟੀ ਪ੍ਰੋਡਿਊਸ ਕਰਦਾ। ਤਾਂ ਉਹ ਜਿਹੜੀ ਐਸਿਡਿਟੀ ਆ ਉਹਨੂੰ ਠੀਕ ਕਿਵੇਂ ਕੀਤਾ ਜਾਂਦਾ? ਉਹ ਐਸਿਡਿਟੀ ਨੂੰ ਠੀਕ ਕੀਤਾ ਜਾਂਦਾ बेटा एंटासिड खा के, एंटीएसिड ਜਾਂ ਫਿਰ ਉਹਨੂੰ ਕਹਿ ਦਿੰਦੇ ਆਪਾਂ एंटासिड ਟੈਬਲੇਟ। ਇਹ ਟੈਬਲੇਟ ਵੀ ਹੋ ਸਕਦਾ, ਇਹ ਸਾਇਰਪ ਵੀ ਹੋ ਸਕਦਾ। ਇਹ ਕੀ ਹੁੰਦਾ बेटा एंटासिड ਟੈਬਲੇਟ ਜਾਂ ਸਾਇਰਪ? ਇਹ ਹੁੰਦਾ बेटा ਮੈਗਨੀਸ਼ੀਅਮ ਹਾਈਡਰੋਕਸਾਈਡ। ਇਹ ਮੈਗਨੀਸ਼ੀਅਮ ਹਾਈਡਰੋਕਸਾਈਡ ਹੁੰਦਾਗਾ। ਮੈਗਨੀਸ਼ੀਅਮ ਹਾਈਡਰੋਕਸਾਈਡ ਆਪਣੇ ਪੇਟ 'ਚ ਐਸਿਡਿਟੀ ਕਿਹਦੇ ਕਰਕੇ ਹੋਊਗੀ? HCl ਕਰਕੇ। ਜਦੋਂ ਮੈਗਨੀਸ਼ੀਅਮ ਹਾਈਡਰੋਕਸਾਈਡ HCl ਨਾਲ ਰਿਐਕਟ ਕਰਦਾ बेटा ਜੀ, ਇਹਨੂੰ ਇਹਦਾ ਦੂਜਾ ਨਾਮ ਆ ਮਿਲਕ ਆਫ ਮੈਗਨੀਸ਼ੀਆ। ਇਹਦਾ ਦੂਜਾ ਨਾਮ ਕੀ ਆ? ਮਿਲਕ ਆਫ ਮੈਗਨੀਸ਼ੀਆ। ਯਾਦ ਰੱਖਿਓ, ਇਹੀ ਪੇਪਰ 'ਚ ਆਉਂਦਾ ਹੁੰਦਾ। ਮਿਲਕ ਆਫ ਮੈਗਨੀਸ਼ੀਆ ਕੀ ਹੁੰਦਾ, ਕਿੱਥੇ ਯੂਜ਼ ਕਰਦੇ ਆਪਾਂ? ਤਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਜਦੋਂ HCl ਨਾਲ ਰਿਐਕਟ ਕਰੂ बेटा, ਤਾਂ ਕੀ ਹੋਊਗਾ? ਇੱਕ ਕਿਹੜੀ ਰਿਐਕਸ਼ਨ ਹੋਊ? ਨਿਊਟਰਲਾਈਜੇਸ਼ਨ ਰਿਐਕਸ਼ਨ, ਜਿਹਦੇ ਵਿੱਚ MgCl2 प्लस H2O बन जूगा। ठीक है, बैलेंस इनू कर ही लो तुसीं। दिस इज न्यूट्रलाइजेशन रिएक्शन है। MgCl2 इज नॉन टॉक्सिक साल्ट, तां करके अपनी बॉडी ਨੂੰ ਕੁਝ ਕਹਿੰਦਾ ਨਹੀਂ। ठीक है, ਤਾਂ ਇਹ ਚੀਜ਼ ਆ ਗਈ ਆਪਣੇ ਹਿਊਮਨ ਬੋਡੀ ਦੀ ਆ ਗਈ। ਅਗੇਨ ਹਿਊਮਨ ਬੋਡੀ ਦੀ ਇਹ ਚੀਜ਼ ਆ ਗਈ। ਠੀਕ ਹੈ, ਤਾਂ ਬੇਟਾ pH ਦਾ ਆਪਾਂ ਦੇਖ ਲਿਆ ਪੂਰੀ ਜ਼ਿੰਦਗੀ ਦੇ ਵਿੱਚ ਕਿੰਨਾ ਅਹਿਮ ਰੋਲ ਆ। ਕੋਈ ਚੀਜ਼ ਜ਼ਿਆਦਾ pH ਤੇ ਕੰਮ ਕਰਦੀ ਆ, ਕੋਈ ਚੀਜ਼ ਘੱਟ pH ਤੇ ਕੰਮ ਕਰਦੀ ਆ, ਕੋਈ ਚੀਜ਼ ਐਸਿਡਿਕ ਤੇ ਕੰਮ ਕਰਦੀ ਆ, ਕੋਈ ਚੀਜ਼ ਬੇਸਿਕ ਤੇ ਕਰਦੀ ਆ, ਤੇ ਕੋਈ ਚੀਜ਼ ਨਿਊਟਰਲ ਤੇ ਕੰਮ ਕਰਦੀ ਆ। ਐਸਿਡ ਬੇਸ ਤੇ ਨਿਊਟਰਲ ਆਪਾਂ ਨੂੰ ਪਤਾ ਤਾਂ ਹੀ ਲੱਗੂ ਜੇ ਆਪਾਂ ਨੂੰ pH ਦਾ ਪਤਾ ਹੋਊਗਾ बेटा। ਤਾਂ ਇਸ ਤਰ੍ਹਾਂ ਨਾਲ ਇਹ pH ਆ ਜਿਹੜਾ ਆਪਣੇ ਕੋਲ, ਇਹ ਬਹੁਤ ਇੰਪੋਰਟੈਂਟ ਰੋਲ ਆਪਣੀ ਬੋਡੀ 'ਚ ਪਲੇ ਕਰਦਾ। ਇੱਕ ਹੋਰ ਚੀਜ਼ pH ਦੀ, ਮਸਕੂਲਰ ਫਟੀਗ। ਕੀ? ਮਸਕੂਲਰ ਫਟੀਗ। बेटा ਮਸਕੂਲਰ ਫਟੀਗ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਲੈਕਟਿਕ ਐਸਿਡ ਜਮਾ ਹੋ ਜਾਂਦਾ ਹੈ ਨਾ, ਤਾਂ ਉਹ ਮਸਲ ਨੂੰ ਫਟੀਗ ਕਰਦਾ ਹੈਗਾ। ਇਹ ਆਪਾਂ ਰੈਸਪੀਰੇਸ਼ਨ ਦੇ ਵਿੱਚ ਵੀ ਕੀਤਾ ਹੈਗਾ। ਠੀਕ ਹੈ, ਜਦੋਂ ਐਨਾਰੋਬਿਕ ਰੈਸਪੀਰੇਸ਼ਨ ਹੋ ਜਾਂਦੀ ਆ। ਹੋਰ ਵੀ pH ਦੇ ਕਾਫੀ ਮਤਲਬ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਸਿਲੇਬਸ ਦੇ ਵਿੱਚ ਇਨਕਲੂਡ ਨੇਗੀਆਂ। ਤਾਂ ਇਹਨਾਂ ਚੀਜ਼ਾਂ 'ਚੋਂ ਕੁਐਸਚਨ बेटा 101% ਆਊਗਾ ਹੀ ਆਊਗਾ। ਠੀਕ ਹੈ, ਤਾਂ ਇਹ ਚੀਜ਼ਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਨਾਲ ਖਿਆਲ ਰੱਖਣਾ। ਹੁਣ ਜਿਹੜਾ ਆਪਾਂ ਨੈਕਸਟ ਟੌਪਿਕ ਸ਼ੁਰੂ ਕਰਨ ਚੱਲਾਂਗੇ बेटा, ਉਹ ਆਪਾਂ ਕਰਾਂਗੇ ਸਾਲਟ ਬਾਰੇ। ਕਿਹਨਾਂ ਬਾਰੇ ਸ਼ੁਰੂ ਕਰਾਂਗੇ? ਸਾਲਟਸ। ਹੁਣ ਸਾਲਟ ਨੇ ਜਿਹੜੇ, ਉਹ ਤੁਹਾਡੇ ਸਿਲੇਬਸ 'ਚ ਕਿਹੜੇ ਕਿਹੜੇ ਸਾਲਟ ਨੇ? ਸਭ ਤੋਂ ਪਹਿਲਾਂ ਤੁਹਾਡੇ ਸਿਲੇਬਸ 'ਚ ਹੈਗਾ बेटा ਕਾਮਨ ਸਾਲਟ। ਇਹਦਾ ਫਾਰਮੂਲਾ ਹੈ NaCl। ਦੂਜਾ ਹੈਗਾ बेटा ਕਾਸਟਿਕ ਸੋਡਾ, ਜਿਹੜਾ ਹੁੰਦਾ ਸੋਡੀਅਮ ਹਾਈਡਰੋਕਸਾਈਡ। ਤੀਜਾ ਹੈਗਾ बेटा ਤੁਹਾਡੇ ਕੋਲ ਬੇਕਿੰਗ ਸੋਡਾ। ठीक है, बेकिंग सोडा की ਹੁੰਦਾ है, ਹੁੰਦਾ सोडियम बाइकार्बोनेट। ठीक है, ये बेकिंग सोडा भी होगा, बेकिंग पाउडर भी होगा, वो आप अगे गल करांगे। सोडा ऐश भी होगा ਇਹਦੇ ਵਿੱਚ, ਉਹ ਆਪਾਂ ਅੱਗੇ ਗੱਲ ਕਰਨੀ ਆ। ਪਹਿਲਾਂ ਆ ਚੀਜ਼ਾਂ ਯਾਦ ਕਰ ਲਿਓ ਬਸ। ਚੌਥਾ ਹੋਊਗਾ बेटा ਵਾਸ਼ਿੰਗ ਸੋਡਾ। ਵਾਸ਼ਿੰਗ ਪਾਊਡਰ ਵੀ ਆਊ, ਉਹ ਇਹਦੇ ਵਿੱਚ ਆਊਗਾ। ਵਾਸ਼ਿੰਗ ਪਾਊਡਰ ਵਾਸ਼ਿੰਗ ਸੋਡਾ 'ਚ ਕੀ ਫਰਕ ਹੁੰਦਾ, ਸਾਰਾ ਕੁਝ ਕਰਾਂਗੇ ਆਪਾਂ। ਠੀਕ ਹੈ,
ਉਹ ਤੁਹਾਡਾ ਆਊਗਾ ਬੇਟਾ ਸੋਡੀਅਮ ਕਾਰਬੋਨੇਟ। ਠੀਕ ਹੈ। ਨੈਕਸਟ ਇੱਕ ਚੀਜ਼ ਆਊ ਤੁਹਾਡੇ ਵਿੱਚ ਬਲੀਚਿੰਗ ਪਾਊਡਰ। ठीक है, कैल्शियम ऑक्सीक्लोराइड। नैक्सट आऊगा बेटा तुहानू प्लास्टर ऑफ पेरिस पीओपी जिहड़ी कंधां ते अजकल बहुत चल रही है, वो की होंदी है कैल्शियम सल्फेट हाफ H2O। ठीक है, दिस इज पीओपी। तो ये साल्ट तुसीं करने ने। इन्हां साल्टां दे विच की कुछ करना, सब तो पहले तो ये बनदे किवें ने, दूसरी चीज़ आप करनी इन्हां दी कैमिकल प्रॉपर्टीज उही एसिड नाल किवें रिएक्ट करनगे, बेस नाल किवें रिएक्ट करनगे। तीजी चीज़ करांगे आप इन्हां दी एप्लीकेशनस। तो ये साल्ट ने इन्हां दे फॉर्मूले ने याद कर लो। ठीक है, आ इन्हां दे कॉमन नाम ने, इन्हां नाल ही क्वेश्चन पूछा जाऊ तुहानू जिहड़ा क्वेश्चन पूछा जाऊगा इन्हां दे कैमिकल नेम नाल नहीं, कॉमन नेम नाल ही पूछा जाऊगा। ठीक है बेटा, फिलहाल ये चीज़ याद करो। पीएच बारे आप पूरा डिस्कस कर लिया। तो कल तो आप की करांगे बेटा साल्ट स्टार्ट करांगे केमिस्ट्री दे विच। 3-4 दिनों का यह काम है, उस बार अपना ये चैप्टर की हो जाऊगा, खत्म हो जाऊगा बेटा। जिन्ने भी आप MCQ ने मैं थोड़ा सेंड कर दूंगा चैप्टर के एंड ते। ठीक है, तो काफ़ी MCQ बनते हैं इस चैप्टर तो, बहुत ज़्यादा इन्फॉर्मेशन है इस चैप्टर की, थोड़ा पता ही लग गया होगा भी हरेक चीज़ एक इन्फॉर्मेटिव परपसेस नाल है। ठीक है, तो बहुत ज़्यादा इन्फॉर्मेशन होने करके थोड़ा बहुत ज़्यादा चीज़ां इचों याद रखनियां पैणगियां। ठीक है बेटा, ये चैप्टर हो गया। नैक्सट चैप्टर मैटल एंड नॉन मैटल, वह काफ़ी हिस्सा तक कटे ही गया, थोड़ा जिहा हिस्सा है वो बड़ा ईजी आ। दैन आप बाद स्टार्ट करांगे, उदों पहले आप शुरू करांगे बेटा फिजिक्स। अपना हजे फिलहाल एक चैप्टर होया ते सोर्सेस ऑफ एनर्जी तो चलो सिलेबस चों ही कट डाउन किया गया, कटेल करता उन्होंने। बट फिर आप की करते हैं जिहड़ा मैगनेटिज्म वाला चैप्टर आप शुरू करांगे इस चैप्टर के खत्म होने तो बाद, मतलब आफ्टर 4 डेज वी विल मूव टू मैगनेटिज्म। तो ये चैप्टर का जिहड़ा अगला हिस्सा आऊगा ये बहुत ज़्यादा इन्फॉर्मेटिव है। हरेक लाइन एक क्वेश्चन बनूगी, हरेक एक लाइन जी मैं बोलूँगा वो यदि क्वेश्चन बनूगी, तो करके इन्हों ध्यान नाल समझना है। एक रिएक्शन इन्हों की क्वेश्चन है, एक लाइन इन्हों की क्वेश्चन है, एक पॉइंट ये टॉपिक्स का सारिਆਂ का एक क्वेश्चन बनता बेटा। ठीक है, तो ध्यान रखना। हुण मैं तुहानूं दोबारा ठीक है कह रहा, मैं तुहानूं हिंट दिता भी अगला टॉपिक कितना इंपॉर्टेंट होने वाला है। तो अज दे लई बेटा इन्ना ही। थैंक यू वेरी मच।